ਬਿਸਮਿਲ੍ਲਾਹਿਰਰਹਿਮਾनिर्रहीम। ईरान ਤੇ ਇਸਰਾਈਲ ਦਾ ਤਨਾਜ਼ਾ ਇੱਕ ਨਵੇਂ ਰੁਖ ਦੇ ਨਾਲ ਸਾਹਮਣੇ ਆ ਰਿਹਾ। ਸਾਰੀ ਦੁਨੀਆ ਗੱਲ ਕਰਨ ਲਈ ਹੈ ਡਰੋਨ ਹਮਲਿਆਂ ਦੀ। ईरान ਨੇ ਕਿੰਨਾ ਨੁਕਸਾਨ ਪਹੁੰਚਾਇਆ, ਇਸਰਾਈਲ ਕੀ ਕਹਿ ਰਿਹਾ ਹੈ, ਫਲਸਤੀਨੀਆਂ ਦਾ ਕੀ ਬਣ ਰਿਹਾ, ਇਹਦੇ ਉੱਤੇ ਗੱਲ ਹੋ ਰਹੀ। ਲੇਕਿਨ ਇਸ ਕਹਾਣੀ ਦੇ ਪਿੱਛੇ ਜਿਹੜੀ ਵੱਡੀ ਇੱਕ ਕਹਾਣੀ ਹੈ, ਉਹਦੇ ਤੱਕ ਸ਼ਾਇਦ ਬੜੇ ਘੱਟ ਲੋਕਾਂ ਦੀ ਨਜ਼ਰ ਗਈ। ਉਹ ਕਹਾਣੀ ਇਹ ਵੇ ਕਿ ਪਾਕਿਸਤਾਨ ਦੇ ਗੱਲ ਸ਼ੁਰੂ ਕਰ ਲੈਂਦੇ ਕਿਉਂਕਿ ਇਸ ਕਹਾਣੀ ਦਾ ਤਲਕ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਹੈ। ਪਾਕਿਸਤਾਨ ਦੇ ਵਿੱਚ ਸੀਪੈਕ ਦਾ ਮਨਸੂਬਾ 10 ਸਾਲ ਪਹਿਲੇ ਸ਼ੁਰੂ ਕੀਤਾ ਗਿਆ ਸੀ ਔਰ ਉਸ ਮਨਸੂਬੇ ਦੇ ਤਹਿਤ ਕੋਈ 60 ਅਰਬ ਦੇ ਕਰੀਬ ਇਨਵੈਸਟਮੈਂਟ ਹੋ ਚੁੱਕੀ। ਚੀਨ ਨੇ ਸੜਕਾਂ ਬਣਾ ਦਿੱਤੀਆਂ ਨੇ, ਇੰਫਰਾਸਟ੍ਰਕਚਰ ਜਿਹੜਾ ਹੋ ਰਿਹਾ, ਇੰਡਸਟਰੀਅਲ ਜ਼ੋਨ ਬਣ ਰਹੇ ਨੇ, ਗਵਾਦਰ ਪੋਰਟ ਬਣ ਗਿਆ ਵੇ। ਔਰ ਇਸ ਮਨਸੂਬੇ ਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਕਸਦ ਇਹ ਵੇ ਕਿ ਚੀਨ ਦੇ ਜਿਹੜੇ ਅਕਸਰ ਚੀਨ ਦੇ ਇਲਾਕੇ ਨੇ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਨੇ, ਉਸ ਇਲਾਕਿਆਂ ਨੂੰ ਬਹੀਰਾ ਅਰਬ ਜਿਹੜਾ ਹੈ ਉਹਦੇ ਤੱਕ ਐਕਸੈਸ ਦੇਣਾ। ਅੱਛਾ, ਇਹ ਸਮੁੰਦਰ ਦੀ ਐਕਸੈਸ ਇਧਰ ਮਿਲਣ ਨਾਲ ਚੀਨ ਨੂੰ ਫਾਇਦਾ ਹੋਵੇਗਾ ਕਿ ਉਹਦਾ ਹਜ਼ਾਰਾਂ ਕਿਲੋਮੀਟਰ ਦਾ ਜਿਹੜਾ ਫਾਸਲਾ ਵੇ, ਜਿਹੜਾ ਉੱਤੋਂ ਜਾ ਕੇ ਖਲੀਜੀ ਰਿਆਸਤਾਂ ਤੱਕ ਉਹ ਆਪਣਾ ਮਾਲ ਪਹੁੰਚਾਉਂਦਾ ਸੀ, ਉਹਦੀ ਬਚਤ ਹੋ ਜਾਏਗੀ, ਰਸਤੇ ਦੀ ਟਾਈਮ ਵੀ ਬਚੇਗਾ, ਖਰਚ ਵੀ ਬਚੇਗਾ। ਤੇ ਇੱਕ ਸ਼ਾਰਟਕਟ ਉਹਨੂੰ ਮਿਲ ਗਿਆ ਪਾਕਿਸਤਾਨ ਦੇ ਰਾਹੀਂ। ਤੇ ਉਹ ਸ਼ਾਰਟਕਟ ਫਰਾਹਮ ਕਰਨ ਦੇ ਵਿੱਚ ਜ਼ਾਹਿਰ ਹੈ ਪਾਕਿਸਤਾਨ ਨੂੰ ਵੀ ਕੋਈ ਫਾਇਦਾ ਹੋਵੇਗਾ। ਇਹ ਤਾਂ ਹੋ ਗਿਆ ਸੀ ਪੈਕ। ਹੁਣ ਸੀ ਪੈਕ ਦੇ ਉੱਤੇ ਅਸੀਂ ਗੱਲ ਇਹ ਕਰ ਲੈਂਦੇ ਕਿ ਉਹਦੇ ਨਾਲ ਰਿਸਕ ਕਿਹੜੇ ਇਨਵੋਲਵ ਨੇ। ਸੀ ਪੈਕ ਦੀ ਇਨਵੈਸਟਮੈਂਟ ਦੇ ਨਾਲ ਜਿਹੜੇ ਰਿਸਕ ਨੇ, ਇੱਕ ਤਾਂ ਇਹ ਕਿ ਉੱਥੇ ਜਿਹੜੀ ਮਕਾਮੀ ਆਬਾਦੀ ਹੈ ਉਹਦਾ ਕੁਝ ਹਿੱਸਾ ਜਿਹੜਾ ਹੈ ਉਹ ਸਮਝਦਾ ਹੈ ਕਿ ਚੀਨੀ ਇਨਵੈਸਟਮੈਂਟ ਜਿਹੜੀ ਹੈ ਇਹ ਉਹਨਾਂ ਨੂੰ ਮਕਾਮੀ ਜਿਹੜੇ ਬਸ਼ੀਂਦੇ ਨੇ ਉਹਨਾਂ ਦੇ ਹਕੂਕ ਦੇ ਉੱਤੇ ਇੱਕ ਡਾਕਾ ਵੇ। ਉਹ ਇਸ ਵਾਸਤੇ ਉਹ ਗਰੁੱਪ ਜਿਹੜੇ ਨੇ ਮਜ਼ਾਹਮਤ ਕਰ ਰਹੇ ਨੇ, ਦਹਿਸ਼ਤਗਰਦੀ ਦੇ ਵਿੱਚ ਮੁਲਵਸ ਹੁੰਦੇ ਨੇ। ਚੀਨੀ ਇੰਜੀਨੀਅਰ ਜਿਹੜੇ ਨੇ, ਟੈਕਨੀਸ਼ੀਅਨ ਜਿਹੜੇ ਨੇ, ਉਹਨਾਂ ਨੂੰ ਅਗਵਾ ਕੀਤਾ ਜਾਂਦਾ, ਉਹਨਾਂ ਤੇ ਹਮਲੇ ਕੀਤੇ ਜਾਂਦੇ ਨੇ। ਔਰ ਇਹ ਜਿਹੜੇ ਗਰੁੱਪ ਨੇ ਇਹਨਾਂ ਨੂੰ ਕੁਝ ਗੈਰ ਮੁਲਕੀ ਜਿਹੜੀਆਂ ਹਕੂਮਤਾਂ ਨੇ ਉਹ ਵੀ ਸਪੋਰਟ ਕਰਦੀਆਂ ਨੇ, ਫਾਈਨਾਂਸ ਕਰਦੀਆਂ ਨੇ ਤਾਂ ਕਿ ਇਹ ਪ੍ਰੋਜੈਕਟ ਜਿਹੜਾ ਹੈ ਨਾਕਾਮ ਹੋ। ਇਹ ਗੱਲ ਹੋ ਗਈ ਹੈ। ਜਿਹੜਾ ਦੂਸਰਾ ਮਨਸੂਬਾ ਹੈ ਉਹਦਾ ਨਾਂ ਹੈ ਆਈਮੈਕ, ਇੰਡੀਆ ਮਿਡਲ ਈਸਟ ਯੂਰਪ ਕੋਰੀਡੋਰ। ਇਹ ਪਿਛਲੇ ਸਾਲ ਜਿਹੜਾ ਇੰਡੀਆ ਦੇ ਵਿੱਚ G20 ਦੀ ਕਾਨਫਰੰਸ ਹੋਈ ਸੀ, ਉਹਦੇ ਵਿੱਚ ਇਹ ਮਨਸੂਬਾ ਜਿਹੜਾ ਸੀ ਇਹ ਪੇਸ਼ ਕੀਤਾ ਗਿਆ ਸੀ। ਤੇ ਫਿਰ ਇਹ ਕਿਹਾ ਗਿਆ ਸੀ ਕਿ ਅਗਲੇ 2 ਮਹੀਨੇ ਦੇ ਵਿੱਚ ਇਹਦੇ ਇੱਕ ਕਨਸੈਪਟ ਦੇ ਉੱਤੇ ਪ੍ਰੋਗਰੈਸ ਕੀਤੀ ਜਾਏਗੀ ਔਰ ਕੋਈ ਨਾ ਕੋਈ ਅਮਲੀ ਸ਼ਕਲ ਦੇ ਵਿੱਚ ਇਹ ਸਾਹਮਣੇ ਆਵੇ। ਅੰਡਰਸਟੈਂਡਿੰਗ ਇਹਦੇ ਉੱਤੇ ਹੋ ਚੁੱਕੀ ਹੈ ਕਿ ਇਸ ਕੋਰੀਡੋਰ ਦੇ ਵਿੱਚ ਏਸ਼ੀਆ ਨੂੰ ਯੂਰਪ ਦੇ ਨਾਲ ਲਿੰਕ ਕੀਤਾ ਜਾਏਗਾ। ਲੇਕਿਨ ਇਹਦੀ ਇੱਕ ਰਾਈਵਲਰੀ ਇਸ ਕੋਰੀਡੋਰ ਦੀ ਰੱਖੀ ਗਈ ਸੀ ਪੈਕ ਦੇ ਨਾਲ। ਯਾਨੀ ਸੀ ਪੈਕ ਤੇ ਆਈਮੈਕ ਜਿਹੜੇ ਨੇ ਇਹ ਇੱਕ ਦੂਸਰੇ ਦੇ ਹਰੀਫ ਹੋ ਗਏ। ਔਰ ਇਹਦੇ ਵਿੱਚ ਇਜ਼ਰਾਈਲ ਹੈਗਾ, ਇੰਡੀਆ ਹੈਗਾ, ਔਰ ਮਿਡਲ ਈਸਟ ਦੇ ਜਿਹੜੇ ਦੂਜੇ ਮੁਲਕ ਨੇ ਉਹਦੇ 'ਚ ਸਾਊਦੀ ਅਰਬ ਨੂੰ ਸ਼ਾਮਲ ਕੀਤਾ ਗਿਆ, ਅਰਬ ਅਮਾਰਾਤ ਜਿਹੜੇ ਉਹਨੂੰ ਸ਼ਾਮਲ ਕੀਤਾ ਗਿਆ, ਔਰ ਫਿਰ ਯੂਰਪ ਦੇ ਮੁਲਕ ਸ਼ਾਮਲ ਕੀਤੇ ਗਏ। ਇਹਦੇ ਵਿੱਚ ਕੋਈ ਵੱਡੀ ਇਨਵੈਸਟਮੈਂਟ ਵੀ, ਜ਼ਾਹਿਰ ਹੈ ਸਾਰੇ ਅਮੀਰ ਮੁਲਕ ਨੇ, ਜ਼ਿਆਦਾ ਪੈਸਾ ਲਾ ਸਕਦੇ ਨੇ, ਸਪੀਡ ਨਾਲ ਕੰਮ ਕਰ ਸਕਦੇ ਨੇ। ਲੇਕਿਨ ਜਿਵੇਂ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਰਿਸਕ ਫੈਕਟਰ ਹੈਗਾ ਨਾ ਸੀ ਪੈਕ ਵਾਸਤੇ, ਇੰਜ ਹੀ ਆਈਮੈਕ ਵਾਸਤੇ ਰਿਸਕ ਫੈਕਟਰਸ ਜਿਹੜੇ ਨੇ ਉਹ ਮਿਡਲ ਈਸਟ ਦਾ ਏਰੀਆ ਉੱਥੇ ਹੀ ਹੈ। ਸਭ ਨਾਲੋਂ ਵੱਡਾ ਤਾਂ ਇਹੋ ਹੀ ਹੈ ਕਿ ਇਸਰਾਈਲ ਨੂੰ ਸ਼ਾਮਲ ਕਰਨ ਦੇ ਨਾਲ ਈਰਾਨ ਜਿਹੜਾ ਹੈ ਉਹ ਇਹਦਾ ਹਿੱਸਾ ਨਹੀਂ ਬਣੇਗਾ ਔਰ ਨਹੀਂ ਬਣ ਰਿਹਾ। ਔਰ ਈਰਾਨ ਦੇ ਜਿਹੜੇ ਹਾਮੀ ਗਰੁੱਪ ਨੇ ਉਹ ਪੂਰੇ ਮਿਡਲ ਈਸਟ ਦੇ ਵਿੱਚ ਹਿਜ਼ਬੁੱਲਾ ਵੇ, ਉਹ ਇਹਦੀ ਹਮਾਇਤ ਨਹੀਂ ਕਰੇਗਾ, ਬਲਕਿ ਉਹ ਕੋਸ਼ਿਸ਼ ਕਰਨਗੇ ਸੂਰਤ ਹਾਲ ਖਰਾਬ ਹੋਵੇ। ਇਸੇ ਤਰ੍ਹਾਂ ਹੀ ਇਹ ਹੁਣ ਦੀ ਜਿਹੜੀ ਮੂਵ ਹੈਗੀ ਇਹਨੂੰ ਅਗਰ ਤੁਸੀਂ ਦੇਖੋ ਨਾ ਕਿ ਜਿਹੜਾ ਈਰਾਨ ਨੇ ਅਟੈਕ ਕੀਤਾ, ਇਹ ਭਾਵੇਂ ਛੋਟੀ ਸਤ੍ਹਾ ਦਾ ਜਾਂ ਜਿਵੇਂ ਵੀ, ਲੇਕਿਨ ਮਿਡਲ ਈਸਟ ਦੇ ਵਿੱਚ ਜਿਹੜੇ ਪਬਲਿਕਲੀ ਲੋਕਾਂ ਦੀ ਹਮਾਇਤ ਹੈ ਈਰਾਨ ਵਾਸਤੇ ਇਸ ਹਮਲੇ ਤੋਂ ਬਾਅਦ ਵਧੀ ਹੈ। ਇਹ ਇੱਕ ਜੈਨੂਅਨ ਗੱਲ ਹੈ। ਫਲਸਤੀਨੀ ਜਿਹੜੇ ਨੱਚਦੇ ਰਹੇ ਨੇ ਇਸ ਹਮਲੇ ਤੋਂ ਬਾਅਦ, ਉਹ ਜਾਣਦੇ ਸਨ ਕਿ ਈਰਾਨ ਦੇ ਹਮਲਿਆਂ ਨੇ ਕੋਈ ਬਹੁਤਾ ਨੁਕਸਾਨ ਨਹੀਂ ਕੀਤਾ ਇਸਰਾਈਲ ਦਾ, ਫਿਰ ਵੀ ਉਹ ਖੁਸ਼ ਕਿਉਂ ਨੇ ਕਿ ਚਲੋ ਕਿਸੇ ਨੇ ਜਵਾਬ ਦਿੱਤਾ, ਹਮਲਾ ਕੀਤਾ। ਜਿਹੜੇ ਇੰਨੇ ਬੜੇ 57 ਮੁਸਲਮਾਨ ਮੁਲਕ ਨੇ ਤੇ ਉਹਦੇ ਵਿੱਚੋਂ ਸਿਰਫ ਇੱਕ ਮੁਲਕ ਨੇ ਕਿਸੇ ਵੀ ਵਜ੍ਹਾ ਨਾਲ ਚਲੋ ਗੱਲ ਕੀਤੀ, ਜਵਾਬ ਦਿੱਤਾ ਇਸਰਾਈਲ ਦੇ ਅੱਗੇ ਖਲੋਤਾ ਤਾਂ ਹੈਗਾ ਨਾ। ਤੇ ਇਹ ਵਾਲੀ ਗੱਲ, ਔਰ ਇਹ ਪੂਰੇ ਮਿਡਲ ਈਸਟ ਦੇ ਵਿੱਚ ਵੀ ਇੱਕ ਜਜ਼ਬਾਤ ਜਿਹੜੇ, ਤੇ ਈਰਾਨ ਦੀ ਜਿਹੜੀ ਪਬਲਿਕ ਸਪੋਰਟ ਹੈਗੀ ਹੈ ਉਹ ਵਧੀ ਹੈ ਇਸ ਵਾਕਿਏ ਤੋਂ ਬਾਅਦ। ਇਹ ਉਹਨੇ ਗੇਨ ਕੀਤਾ। ਅਗਰ ਤੁਸੀਂ
ਉਹਦੇ ਨਫਾ ਨੁਕਸਾਨ ਨੂੰ ਤੋਲੋ ਨਾ ਈਰਾਨ ਦੇ, ਤੇ ਉਹਦੇ ਵਿੱਚ ਇਹ ਗੇਨ ਹੋਇਆ ਹੁੰਦਾ। ਉਹ ਜਿਹੜਾ ਕਹਿੰਦਾ ਕਿ ਮੈਂ ਆਪਣਾ ਬਦਲਾ ਨਹੀਂ ਲਿਆ ਬਲਕਿ ਕੁਝ ਪਾ ਲਿਆ। ਔਰ ਫਿਰ ਇਹ ਵੀ ਲੋਕ ਦੱਸਦੇ ਨੇ ਕਿ ਇਸਰਾਈਲ ਨੂੰ ਈਰਾਨ ਦਾ ਇਹ ਹਮਲਾ ਰੋਕਣ ਵਾਸਤੇ $1 ਅਰਬ ਖਰਚ ਕਰਨੇ ਪਏ ਨੇ, ਮੁxtਲਿਫ ਬੈਟਰੀਆਂ ਲਗਾਉਣ ਦੇ ਵਿੱਚ, ਉਹ ਡਿਫੈਂਸ ਸਿਸਟਮ ਆਪਣਾ ਚਾਰਜ ਕਰਨ ਦੇ ਵਿੱਚ। ਖੈਰ ਅਸੀਂ ਗੱਲ ਜਿਹੜੇ ਆਈਮੈਕ ਦੀ ਕਰਨ ਡਏ, ਤੇ ਇਹ ਵਾਲਾ ਮਨਸੂਬਾ ਜਿਹੜਾ ਹੈ ਇਹ 2 ਮਹੀਨੇ ਦੀ ਬਜਾਏ ਹੁਣ ਤਕਰੀਬਨ 6 ਮਹੀਨੇ ਇਜ਼ਾਫੀ ਹੋ ਚੱਲੇ। ਇਹ ਹਾਲੇ ਤੱਕ ਹਵਾ 'ਚ ਕਨਸੈਪਚੁਅਲ ਮਨਸੂਬਾ ਸੀ, ਤੇ ਕਨਸੈਪਟ ਦੇ ਵਿੱਚ ਹੀ ਹਾਲੇ ਤੱਕ ਹੈਗਾ ਵੇ, ਪ੍ਰੈਕਟੀਕਲ ਅੱਗੇ ਨਹੀਂ ਆ ਸਕਿਆ। ਅੱਗੇ ਕਿਉਂ ਨਹੀਂ ਹੋਇਆ? ਕਿ ਇਜ਼ਰਾਈਲ ਤੇ ਹਮਾਸ ਦਾ ਜਿਹੜਾ ਝਗੜਾ ਸ਼ੁਰੂ ਹੋਇਆ, ਉਸ ਝਗੜੇ ਨੇ ਇਸ ਪ੍ਰੋਸੈਸ ਨੂੰ ਰੋਕ ਦਿੱਤਾ। ਔਰ ਇਹ ਰੋਕਣ ਦੇ ਨਾਲ ਇਹ ਹੋਇਆ ਵੀ ਕਿ ਜਿਹੜਾ ਇੰਡੀਆ ਦੀ ਪਲੈਨਿੰਗ ਸੀ, ਜਿਹੜੇ ਉੱਥੇ ਦੇ ਦੂਸਰੇ ਅਮਰੀਕਾ ਦੀ ਪਲੈਨਿੰਗ ਸੀ, ਅਮਰੀਕਾ ਵੀ ਇਹੀ ਚਾਹ ਰਿਹਾ ਕਿ ਇਸ ਖਿੱਤੇ ਦੇ ਵਿੱਚ ਥੋੜਾ ਜਿਹਾ ਇੰਡੀਆ ਨੂੰ ਪੁਸ਼ ਕਰਕੇ ਉਹਦੀ ਹਿੰਮਤ ਵਧਾ ਕੇ ਥੋੜਾ ਜਿਹਾ ਬੈਲੈਂਸ ਕਰੇ ਤਾਕਤ ਦਾ ਚੀਨ ਦੇ ਮੁਕਾਬਲੇ ਦੇ ਵਿੱਚ। ਤੇ ਇੰਡੀਆ ਦੇ ਇੱਕ ਹੋਰ ਡਿਵੈਲਪਮੈਂਟ ਇਹ ਹੋਈ ਇੰਡੀਆ ਵੱਲੋਂ ਕਿ ਹਾਈਫਾ 에ਅਰਪੋਰਟ ਜਿਹੜਾ ਹੈ ਇਜ਼ਰਾਈਲ ਦੇ ਵਿੱਚ ਹੈਗਾ, ਉਹਦੇ 에ਅਰਪੋਰਟ ਦਾ ਜਿਹੜਾ ਟੈਂਡਰ ਹੈ ਉਹ ਇੰਡੀਆ ਦੇ ਉਡਾਨੀ ਗਰੁੱਪ ਜਿਹੜਾ ਹੈ ਉਹਨੇ ਲਿਆ। ਉਹ ਕਾਮਯਾਬ ਹੋ ਗਿਆ, ਉਹਨੇ ਟੈਂਡਰ ਦਿੱਤਾ ਤੇ ਕਾਮਯਾਬ ਹੋ ਗਿਆ। ਅੱਛਾ, ਉਡਾਨੀ ਨੂੰ ਕਿਸੇ ਨੇ ਕਿਹਾ ਕਿ ਜਨਾਬ ਉੱਥੇ ਤਾਂ ਬੜਾ ਰਿਸਕ ਹੈਗਾ ਵੇ, ਤੁਸੀਂ ਇਸ ਇਲਾਕੇ ਦੇ ਵਿੱਚ ਅਰਬਾਂ ਡਾਲਰ ਦੀ ਇਨਵੈਸਟਮੈਂਟ ਕਰਨ ਤੇ ਤਿਆਰ ਹੋ ਗਏ ਜੇ ਸਰਮਾਇਆਕਾਰੀ, ਤੇ ਉੱਥੇ ਤਾਂ ਅਮਨ ਹੀ ਨਹੀਂ ਹੈਗਾ ਹਰ ਵੇਲੇ। ਤੇ ਉਹਨੇ ਉਡਾਨੀ ਨੇ ਇਹ ਕਿਹਾ ਕਿ ਜਨਾਬ ਅਸੀਂ ਇਹ ਟੈਂਡਰ ਦਿੰਦੇ ਹੋਏ ਇਹ ਗੱਲ ਪਿੱਛੇ ਨਜ਼ਰ ਰੱਖੀ ਸੀ ਕਿ ਇੱਥੇ ਸਾਨੂੰ ਕਿਹੜੇ ਕਿਹੜੇ ਕਿਸਮ ਦੇ ਰਿਸਕ ਜਿਹੜੇ ਨੇ ਉਹ ਆ ਸਕਦੇ ਨੇ ਸਾਹਮਣੇ, ਸਾਡੀ ਸਾਡੀ ਇਨਵੈਸਟਮੈਂਟ ਨੂੰ ਕੀ ਕੀ ਖਤਰਾਤ ਹੋ ਸਕਦੇ ਨੇ। ਤੇ ਅਸੀਂ ਉਸ ਹਿਸਾਬ ਨਾਲ ਸਟ੍ਰੈਟੇਜਿਕ ਜਿਹੜੇ ਸਾਡੇ ਡਿਸੀਜਨ ਮੇਕਰ ਨੇ ਉਹਨਾਂ ਪਾਲਿਸੀ ਇਸੇ ਤਰ੍ਹਾਂ ਬਣਾਈ ਹੈ ਕਿ ਇਹਦੇ ਵਿੱਚ ਸਾਨੂੰ ਕੋਈ ਮਸਲਾ ਨਹੀਂ ਬਣੇਗਾ। ਅੱਛਾ, ਦੁਨੀਆ ਹੋਰ ਤਰ੍ਹਾਂ ਵੀ ਕੰਮ ਕਰਦੀ ਨਾ, ਹੁਣ ਸਿਰਫ ਇਹ ਨਹੀਂ ਹੁੰਦਾ ਕਿ ਕੋਈ ਸ਼ਾਹੂਕਾਰ ਜਾਂ ਸੇਠ ਜਿਹੜਾ ਹੈ ਉਹ ਕਿਤੇ ਅੱਖਾਂ ਬੰਦ ਕਰਕੇ ਇਨਵੈਸਟਮੈਂਟ ਕਰ ਦਿੰਦਾ ਹੈ ਤੇ ਉਹ ਇਨਵੈਸਟਮੈਂਟ ਡੁੱਬ ਜਾਵੇ, ਤਰ ਜਾਵੇ ਕੋਈ, ਉਹ ਪੂਰੀ ਤਰ੍ਹਾਂ ਵੇਚਦੇ ਨੇ। ਬਲਕਿ ਅੱਜ ਦਾ ਜਿਹੜਾ ਸੇਠ ਹੈ ਉਹ ਮਕਾਮੀ ਹੋਵੇ ਜਾਂ ਇੰਟਰਨੈਸ਼ਨਲ ਹੋਵੇ, ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਉਹਦੀ ਇਨਵੈਸਟਮੈਂਟ ਜਿਹੜੀ ਉਹ ਕਿਸੇ ਵੀ ਤਰ੍ਹਾਂ ਬਰਬਾਦ ਨਾ ਹੋਵੇ। ਤੇ ਜਿਹੜੇ ਉਡਾਨੀ ਗਰੁੱਪ ਤੇ ਜ਼ਾਹਿਰ ਹੈ ਉਹਨੂੰ ਤਾਂ ਬੀਜੇਪੀ ਹਕੂਮਤ ਦੀ ਸਰਪ੍ਰਸਤੀ ਪੂਰੀ ਤਰ੍ਹਾਂ ਹਾਸਲ ਹੈ, ਔਰ ਉਹ ਇੱਕ ਸਟ੍ਰੈਟੇਜਿਕ ਜਿਹੜਾ ਰਿਲੇਸ਼ਨ ਬਣਾਇਆ ਜਾ ਰਿਹਾ ਵੇ ਅਮਰੀਕਾ ਦੀ ਸਰਕਰਦੀ ਦੇ ਵਿੱਚ। ਇਹ ਸਿਰਫ ਇੱਕ ਕੋਰੀਡੋਰ ਨਹੀਂ ਹੈਗਾ, ਦਰਅਸਲ ਇਹ ਅਮਰੀਕਾ ਦੀ ਸਰਪ੍ਰਸਤੀ ਦੇ ਵਿੱਚ ਇੱਕ ਨਵਾਂ ਬਲਾਕ ਹੈਗਾ ਵੇ। ਇਹ ਬਲਾਕ ਦੇ ਵਿੱਚ ਸ਼ਾਮਲ ਕੌਣ ਹੈ? ਇੰਡੀਆ, ਇਜ਼ਰਾਈਲ, UAE, ਸਾਊਦੀ ਅਰਬ ਤੇ ਅਮਰੀਕਾ, ਇਹ ਸ਼ਾਮਲ। ਇਹ ਬਲਾਕ ਜਿਹੜਾ ਹੈ ਇਹ ਇਸ ਖਿੱਤੇ ਦੇ ਵਿੱਚ ਇਸ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਇਨਫਲੂਐਂਸ ਵਧਾਵੇ। ਇਹ ਜਿਹੜਾ ਇਜ਼ਰਾਈਲ ਦੇ ਨਾਲ UAE ਤੇ ਸਾਊਦੀ ਅਰਬ ਤੇ ਬਾਕੀ ਕੁਝ ਅਰਬ ਰਿਆਸਤਾਂ ਦੇ ਮੁਜ਼ਾਕਰਾਤ ਔਰ ਰਾਬਤੇ ਸ਼ੁਰੂ ਹੋਏ ਸੀ ਨਾ, ਉਹਨੂੰ ਵੀ ਤੁਸੀਂ ਇਸੇ ਤਨਾਜ਼ਰ ਦੇ ਵਿੱਚ ਹੀ ਵੇਖੋ। ਇਹ ਪਹਿਲੇ ਦੀਆਂ ਤਿਆਰੀਆਂ ਹੋ ਰਹੀਆਂ ਨੇ ਕਿ ਅਗਰ ਇਹ ਵਾਲਾ ਵਾਕਿਆ ਨਾ ਹੁੰਦਾ ਹਮਾਸ ਤੇ ਇਜ਼ਰਾਈਲ ਦੀ ਲੜਾਈ ਵਾਲਾ, ਤੇ ਹੁਣ ਤੱਕ ਸ਼ਾਇਦ ਇਹ ਗੱਲ ਅੱਗੇ ਵੱਧ ਜਾਂਦੀ। ਔਰ ਮੇਰਾ ਜਿਵੇਂ ਕਿ ਪਿਛਲੇ ਵਲੌਗ ਦੇ ਵਿੱਚ ਵੀ ਕਿਹਾ ਸੀ ਕਿ ਅਮਰੀਕਾ ਸ਼ਾਇਦ ਇਹ ਇਸੇ ਵਾਸਤੇ ਇਹ ਨਹੀਂ ਚਾਹੁੰਦਾ ਕਿ ਕੋਈ ਵੱਡੇ ਪੈਮਾਨੇ ਤੇ ਐਸਕੇਲੇਸ਼ਨ ਹੋਵੇ। ਉਹਦੀ ਵਜ੍ਹਾ ਇਹ ਕਿ ਉਹ ਕਹਿੰਦਾ ਕਿ ਦਬਾਅ ਦੇ ਵਿੱਚ ਜ਼ਰੂਰ ਰੱਖਿਆ ਜਾਵੇ ਫਲਸਤੀਨੀਆਂ ਨੂੰ, ਇਲਾਕੇ ਦੇ ਬਾਕੀ ਮੁਸਲਿਮ ਰਿਆਸਤਾਂ ਨੂੰ, ਲੇਕਿਨ ਕੋਈ ਨਵੀਂ ਜੰਗ ਐਸੀ ਨਾ ਛੇੜੀ ਜਾਵੇ ਜਿਹੜੀ ਇਸ ਖਿੱਤੇ ਦੇ ਵਿੱਚ ਅਮਰੀਕਾ ਦੇ ਅਗਲੇ ਜਿਹੜੇ ਮਾਲੀਆਤੀ ਤੇ ਮਾਸ਼ੀ ਡਿਜ਼ਾਈਨ ਹੈਗੇ ਨੇ ਉਹਨਾਂ ਵਾਸਤੇ ਖਤਰਾ ਬਣੇ। ਤੇ ਜ਼ਾਹਿਰ ਹੈ ਇੰਡੀਆ ਵੀ ਨਹੀਂ ਇਹ ਚਾਹੁੰਦਾ। ਇਹ ਵਾਲੀ ਜਿਹੜੀ ਸੂਰਤ ਹਾਲ ਹੈ ਇਹਦੇ ਵਿੱਚ ਇੱਕ ਰਾਈਵਲਰੀ ਜਿਹੜੀ ਸੀਪੈਕ ਦੇ ਮੁਕਾਬਲੇ 'ਚ ਆਈਮੈਕ ਦੀ ਸ਼ਕਲ ਦੇ ਵਿੱਚ ਆ ਰਹੀ। ਇਹ ਦੋਵਾਂ ਦੇ ਨਾਲ ਰਿਸਕ ਫੈਕਟਰ ਜਿਹੜੇ ਨੇ ਉਹਨਾਂ ਦਾ ਤਕਾਬਲ ਕੀਤਾ ਜਾ ਰਿਹਾ ਕਿ ਸੀਪੈਕ ਦੇ ਨਾਲ ਕਿਹੜੇ ਕਿਹੜੇ ਖਤਰਾਤ ਨੇ ਤੇ ਆਈਮੈਕ ਦੇ ਨਾਲ ਕਿਹੜੇ ਕਿਹੜੇ ਖਤਰਾਤ ਨੇ। ਫਿਰ ਦੋਵਾਂ ਦੀ ਕਾਮਯਾਬੀ ਦਾ ਚਾਂਸਿਸ ਵੇਖੇ ਜਾ ਰਹੇ ਨੇ। ਇਹ ਵੀ ਤਜਜ਼ੀਆ ਕੀਤਾ ਜਾ ਰਿਹਾ ਕਿ ਜੇ ਆਈਮੈਕ ਕਾਮਯਾਬ ਹੋ ਜਾਂਦਾ ਹੈ ਤੇ ਫਿਰ ਇਜ਼ਰਾਈਲ ਨੂੰ ਇੱਕ ਵੱਡੀ ਮਾਰਕੀਟ ਯੂਰਪ ਦੀ ਜਿਹੜੀ ਹੈ ਉਹ ਕਰੀਬ ਬਣ ਜਾਏਗੀ, ਉਹ ਉਹਨੂੰ ਐਡਵਾਂਟੇਜ ਹਾਸਲ ਹੋ ਜਾਏਗਾ। ਫਿਰ ਖਿੱਤੇ ਦੇ ਜਿਹੜੇ ਮਮਾਲਿਕ ਨੇ ਉਹਨਾਂ ਦੇ ਵਿੱਚ ਉਹਦੀ ਮੁਖਾਲਫਤ ਦੇ ਵਿੱਚ ਕੁਝ ਕਮੀ ਆ ਜਾਏਗੀ। ਸੋ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਇੱਕ ਬਜ਼ਾਹਿਰ ਸਾਨੂੰ ਲੜਾਈ ਦੀ ਸੂਰਤ ਹਾਲ ਜਿਹੜੀ ਨਜ਼ਰ ਆ ਰਹੀ, ਉਹਦੇ ਪਿੱਛੇ ਇੱਕ ਮਾਸ਼ੀ ਜੰਗ ਜਿਹੜੀ ਹੈ ਉਹ ਵੀ ਨਜ਼ਰ ਆ ਰਹੀ। ਔਰ ਚੂੰਕਿ ਇਸ ਜੰਗ ਦਾ ਤਲਕ ਪਾਕਿਸਤਾਨ ਦੇ ਨਾਲ ਹੈਗਾ, ਪਾਕਿਸਤਾਨ ਦੇ ਸੀਪੈਕ ਦੇ ਨਾਲ ਹੈਗਾ ਵੇ, ਤੇ ਇਸ ਵਾਸਤੇ ਇਹਨੂੰ ਅਸੀਂ ਅਹਿਮੀਅਤ ਵੀ ਦਿੰਦੇ ਹਾਂ ਔਰ ਇਹਦੇ ਤੇ ਗੱਲ ਕਰਨੀ ਚਾਹੀਦੀ ਸੀ ਸਾਨੂੰ। ਤੇ ਉਮੀਦ ਹੈ ਜਨਾਬ
ਇਹ ਜਿਹੜਾ ਨਵੀਂ ਇੱਕ ਪੁਆਇੰਟ ਅਸੀਂ ਰੇਜ਼ ਕੀਤਾ ਹੈ, ਇਹਨੂੰ ਵੀ ਤੁਸੀਂ ਸਮਝੋਗੇ ਔਰ ਇਹਦੇ ਤੋਂ ਫਾਇਦਾ ਚੁੱਕੋਗੇ, ਔਰ ਫਾਇਦਾ ਇਹਦੇ ਵਾਸਤੇ ਸਾਡੀ ਖਿਦਮਤ ਹਾਸਲ ਨੇ, ਅਸੀਂ ਹੋਰ ਵੀ ਗੱਲ ਕਰਦੇ ਰਵਾਂਗੇ। ਤੇ ਜਿਉਂਦੇ ਰਹੋ, ਵਸਦੇ ਰਹੋ ਜਨਾਬ। ਮਿਹਰਬਾਨੀ ਤੁਹਾਡੀ।